ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟਾਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਐਸਐਸਟੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੂਜ਼ ਕੀਤਾ ਹੈ ਜੀ, ਔਰ ਪੀਐਸਟਾਟ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਕੰਬੀਨੇਸ਼ਨ ਜਿਹੜਾ ਐਸਐਸਟੀ ਹੈ ਜੀ, ਉਹਨਾਂ ਵਾਸਤੇ ਅਸੀਂ ਨਵੇਂ ਸੈਸ਼ਨ ਦੇ ਵਿੱਚ ਜਿਹੜਾ ਮੌਕ ਟੈਸਟ ਨੰਬਰ 3 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਮੌਕ ਟੈਸਟ ਔਰ ਪੂਰੇ ਸਿਲੇਬਸ 'ਤੇ ਇੱਕ ਟੌਪਿਕ ਦੀ ਵੀਡੀਓ ਅਪਲੋਡ ਨੇ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਕਰ ਸਕਦੇ ਹੋ। ਔਰ ਉਹਨਾਂ ਹੁਣ ਤੱਕ ਅਪਲੋਡ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਜੀ। ਨੀਚੇ ਸਾਈਡ 'ਤੇ ਇੱਕ ਤੀਰ ਜਿਹਾ ਬਣਿਆ ਹੋਊਗਾ, ਜਦੋਂ ਉਹਨੂੰ ਟੱਚ ਕਰੋਗੇ ਤਾਂ ਡਿਸਕ੍ਰਿਪਸ਼ਨ ਬਾਕਸ ਜਿਹੜਾ ਉਹ ਖੁੱਲ੍ਹ ਜੂਗਾ ਜੀ। ਔਰ ਇੱਕ ਜਿਹੜਾ ਸਬਜੈਕਟ ਦੀ ਤੁਹਾਨੂੰ ਜਿਹੜੀ ਪਲੇਲਿਸਟ ਹੈ ਉਹ ਸ਼ੋ ਹੋ ਜਾਏਗੀ ਜੀ। ਉਸ ਨੂੰ ਟੱਚ ਕਰਕੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਜੀ। ਔਰ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ ਅੱਜ ਦਾ, ਉੱਤਰ ਵੈਦਿਕ ਕਾਲ ਸਮੇਂ ਪ੍ਰਜਾਪਤੀ ਵਿਆਹ ਤੋਂ ਕੀ ਭਾਵ ਸੀ? ਆਪਸ਼ਨ ਹੈ ਜੀ ਪ੍ਰੇਮ ਵਿਆਹ, ਬੀ ਹੈ ਜੀ ਬਿਨਾਂ ਦਹੇਜ ਵਿਆਹ, ਸੀ ਹੈ ਜੀ ਗਾਂ ਦੇ ਕੇ ਕੀਤਾ ਗਿਆ ਵਿਆਹ ਜੀ। ਸੋ ਇੱਥੇ ਇੱਕ ਚੀਜ਼ ਆਪਾਂ ਨੂੰ ਕਲੀਅਰ ਕਰ ਲੈਣੀ ਚਾਹੀਦੀ ਕਿ ਵੈਦਿਕ ਕਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜੀ। ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੈਦਿਕ ਕਾਲ ਕੀ ਹੈ। 1500 ਈਸਾ ਪੂਰਵ ਤੋਂ ਲੈ ਕੇ 600 ਈਸਾ ਪੂਰਵ ਤੱਕ ਦਾ ਜਿਹੜਾ ਕਾਲ ਹੈ ਉਸ ਨੂੰ ਵੈਦਿਕ ਕਾਲ ਕਿਹਾ ਜਾਂਦਾ। ਔਰ 1500 ਤੋਂ ਲੈ ਕੇ 1000 ਤੱਕ ਜਿਹੜਾ ਕਾਲ ਹੈ ਜੀ, 1500 ਤੋਂ ਲੈ ਕੇ 1000 ਈਸਾ ਪੂਰਵ ਤੱਕ ਜਿਹੜਾ ਕਾਲ ਹੈ ਉਹਨੂੰ ਰਿਗਵੈਦਿਕ ਕਾਲ ਕਿਹਾ ਜਾਂਦਾ, ਕਿਉਂਕਿ ਇਸ ਸਮੇਂ ਦੀ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਜਿਹੜਾ ਸਭ ਤੋਂ ਪੁਰਾਣਾ ਗ੍ਰੰਥ ਹੈ ਰਿਗਵੇਦ, ਉਹ ਜਾਣਕਾਰੀ ਦਾ ਸਰੋਤ ਹੈ। ਉਸ ਤੋਂ ਬਾਅਦ ਜਿਹੜਾ ਉੱਤਰ ਵੈਦਿਕ ਕਿਹਾ ਜਾਂਦਾ ਉਹ ਕਿਹਾ ਜਾਂਦਾ ਜੀ 1000 ਤੋਂ ਲੈ ਕੇ ਜਿਹੜਾ 600 ਈਸਾ ਪੂਰਵ ਤੱਕ ਦਾ ਸਮਾਂ ਹੈ ਜੀ, ਜਿਹਦੀ ਸਾਨੂੰ ਜਾਣਕਾਰੀ ਦੇ ਲਈ ਜਿਹੜੇ ਗ੍ਰੰਥ ਸਰੋਤ ਨੇ ਉਹ ਰਿਗਵੇਦ ਤੋਂ ਇਲਾਵਾ ਜਿਹੜਾ ਹੈ ਬਾਕੀ ਦੇ 3 ਵੇਦ ਨੇ, ਆਯੁਰਵੇਦ, ਸਾਮਵੇਦ ਅਤੇ ਅਰਥਵੇਦ, ਉਸ ਦੀ ਜਾਣਕਾਰੀ ਜਿਹੜੀ ਸਾਨੂੰ ਇਹਨਾਂ ਤੋਂ ਵੀ ਮਿਲਦੀ ਹੈ ਜੀ। ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਉਸ ਸਮੇਂ ਚੱਲ ਰਹੇ ਵਿਆਹ ਦੀ। ਤਾਂ ਪ੍ਰਜਾਪਤੀ ਵਿਆਹ ਦਾ ਮਤਲਬ ਸੀ ਜੀ, ਇਸ ਦਾ ਜਿਹੜਾ ਸਹੀ ਆਨਸਰ ਆਏਗਾ ਆਪਸ਼ਨ ਬੀ ਹੈ ਜੀ, ਬਿਨਾਂ ਦਹੇਜ ਦੇ ਵਿਆਹ ਜੀ। 7 ਪ੍ਰਕਾਰ ਦੇ ਵਿਆਹ ਉਸ ਸਮੇਂ ਪ੍ਰਚਲਿਤ ਸੀ ਜੀ। ਸਭ ਤੋਂ ਜਿਹੜਾ ਉੱਤਮ ਮੰਨਿਆ ਜਾਂਦਾ ਸੀ ਉਹ ਬ੍ਰਹਮ ਵਿਆਹ ਸੀ ਜੀ, ਸਮਾਨ ਜਾਤੀ ਦੇ ਨਾਲ ਵਿਆਹ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਬਾਕੀ ਜਿਹੜੇ 6 ਪ੍ਰਕਾਰ ਦੇ ਸੀ ਉਹਦੇ ਵਿੱਚ ਸੀ ਰਾਕਸ਼ੀ ਵਿਆਹ, ਅਪਹਰਨ ਕਰਕੇ ਜਿਹਨੂੰ ਆਪਾਂ ਕਹਿੰਦੇ ਕਿਡਨੈਪ ਕਰਕੇ ਕੀਤਾ ਵਿਆਹ, ਪਿਸਾਚੀ ਵਿਆਹ, ਗੁੰਮਰਾਹ ਕਰਕੇ ਕੀਤਾ ਵਿਆਹ, ਆਰਸ ਵਿਆਹ, ਕੰਨਿਆ ਦਾ ਮੁੱਲ ਦੇ ਕੇ ਜਾਂ ਗਾਂ ਜਾਂ ਬਲਦ ਦੇ ਕੇ ਕੀਤਾ ਵਿਆਹ, ਜਾਂ ਆਪਾਂ ਕਹਿ ਸਕਦੇ ਕਿ ਤਰ੍ਹਾਂ ਦੀ ਮੁੱਲ ਦੀ ਜਿਹੜੀ ਕੰਨਿਆ, ਮੁੱਲ ਦਾ ਵਿਆਹ ਆਪਾਂ ਕਹਿ ਸਕਦੇ ਹਾਂ ਇਹਨੂੰ। ਬ੍ਰਹਮ ਵਿਆਹ ਹੁੰਦਾ, ਬ੍ਰਹਮ ਵਿਆਹ ਆਪਾਂ ਡਿਸਕਸ ਕਰ ਚੁੱਕੇ ਹਾਂ। ਗੰਧਰਵ ਵਿਆਹ ਹੁੰਦਾ ਸੀ ਪ੍ਰੇਮ ਵਿਆਹ ਜੀ। ਅਤੇ ਦੇਵ ਵਿਆਹ ਹੁੰਦਾ ਸੀ ਪੰਡਤ ਨੂੰ ਮਿਲੀ ਕੰਨਿਆ ਨਾਲ ਵਿਆਹ। ਅਸੁਰੀ ਵਿਆਹ ਕੰਨਿਆ ਨੂੰ ਖਰੀਦ ਕੇ ਕੀਤਾ ਵਿਆਹ ਜੀ। ਵਿਆਹ ਸੰਸਕਾਰਾਂ ਦਾ ਵੇਰਵਾ ਜਿਹੜਾ ਹੈ ਵਿਆਹ ਸੂਤਕ ਰਿਗਵੇਦ ਵਿੱਚੋਂ ਜਿਹੜਾ ਲਿਆ ਗਿਆ ਮਿਲਦਾ ਹੈ ਜੀ। ਔਰ ਜਿਵੇਂ ਆਪਾਂ ਡਿਸਕਸ ਕੀਤਾ ਆਰਸ ਅਤੇ ਆਸੁਰੀ ਵਿਆਹ ਜਿਹੜਾ ਲਗਭਗ ਮਿਲਦੇ ਜੁਲਦੇ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2, ਅੰਕ ਗਣਿਤ, ਰੇਖਾ ਗਣਿਤ ਅਤੇ ਬੀਜ ਗਣਿਤ ਦੀ ਖੋਜ ਕਿਹੜੇ ਕਾਲ ਦੇ ਵਿੱਚ ਹੋਈ? ਆਪਸ਼ਨ ਏ ਹੈ ਜੀ ਮੁਗਲ ਕਾਲ, ਬੀ ਹੈ ਗੁਪਤ ਕਾਲ, ਸੀ ਹੈ ਜੀ ਫਿਰ ਗੁਪਤ ਕਾਲ ਲਿਖਿਆ ਗਿਆ ਜੀ। ਸਹੀ ਆਨਸਰ ਵੀ ਇਸ ਦਾ ਜਿਹੜਾ ਹੈ ਗੁਪਤ ਕਾਲ ਹੀ ਆਊਗਾ ਜੀ। ਆਪਸ਼ਨ ਬੀ ਕਹਿ ਲਓ ਜਾਂ ਸੀ ਕਹਿ ਲਓ, ਬਾਏ ਮਿਸਟੇਕ ਜਿਹੜਾ ਹੈ ਆਪਸ਼ਨ ਸੇਮ ਲਿਖੀ ਗਈ। ਇਸੇ ਕਾਲ ਦੇ ਵਿੱਚ ਜਿਹੜੇ ਪ੍ਰਸਿੱਧ ਜਿਹੜੇ ਸੀਗੇ ਗਣਿਤ ਸ਼ਾਸਤਰੀ ਅਤੇ ਖਗੋਲ ਵਿਗਿਆਨੀ ਆਰੀਆ ਭੱਟ, ਉਹ ਵੀ ਜਿਹੜੇ ਨੇ ਗੁਪਤ ਕਾਲ ਦੇ ਵਿੱਚ ਹੋਏ ਨੇ ਜੀ। ਚੰਦਰ ਗੁਪਤ ਦੂਸਰੇ ਦੇ ਸਮਕਾਲੀ ਸੀ ਜੀ ਉਹ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3, 1857 ਦੇ ਵਿਦਰੋਹ ਨੂੰ ਦਬਾਉਣ ਵਿੱਚ ਕਿਹੜੀ ਬਾਹਰੀ ਸ਼ਕਤੀ ਨੇ ਅੰਗਰੇਜ਼ਾਂ ਦੀ ਮਦਦ ਕੀਤੀ? ਆਪਸ਼ਨ ਹੈ ਜੀ ਫਰਾਂਸ, ਬੀ ਹੈ ਨੇਪਾਲ, ਸੀ ਹੈ ਜੀ ਬਰਮਾ। ਤਾਂ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ, ਨੇਪਾਲ ਜੀ। ਸੋ ਇਹ ਵੀ ਟੌਪਿਕ ਆਪਣਾ ਪੂਰਾ ਡਿਸਕਸ ਹੈ ਜੀ। ਕੁਐਸਚਨ ਨੰਬਰ 4 ਹੈ ਜੀ ਬਲਬਨ ਤੋਂ ਇਲਾਵਾ ਹੋਰ ਕਿਹੜੇ ਸ਼ਾਸਕ ਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ? ਆਪਸ਼ਨ ਏ ਜੀ ਔਰੰਗਜ਼ੇਬ, ਬੀ ਹੈ ਜੀ ਰਾਜਾ ਰਾਜ ਪਹਿਲਾ, ਸੀ ਹੈ ਜੀ ਮਹਿਮੂਦ ਗਜਨਵੀ। ਸਹੀ ਆਨਸਰ ਆਏਗਾ ਆਪਸ਼ਨ ਬੀ ਜੀ, ਰਾਜਾ ਰਾਜ ਪਹਿਲਾ। ਇਸ ਨੇ ਵੀ ਲਹੂ ਅਤੇ ਲੋਹੇ ਦੀ ਨੀਤੀ ਕੀ ਸੀ ਕਿ ਜੋ ਵੀ ਤੁਹਾਡੇ ਰਸਤੇ ਦੇ ਵਿੱਚ ਅੜਿੱਕਾ ਬਣਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਦਰੋਹ ਉੱਠਦਾ ਤਾਂ ਉਸ ਨੂੰ ਤਲਵਾਰ ਦੇ ਦਮ ਦੇ ਨਾਲ ਜਿਹੜਾ ਹੈ ਮਤਲਬ ਉਸ ਦਾ ਕਤਲ ਕਰਕੇ ਕਿਸੇ ਵੀ ਤਰ੍ਹਾਂ ਦਾ ਉਸ ਨੂੰ ਜਿਹੜਾ ਹੈ ਦਬਾਉਣਾ ਜੀ। ਔਰ ਰਾਜਾ ਰਾਜ ਪਹਿਲਾ ਜਿਹੜਾ ਜੇਕਰ ਕਿਸ ਵੰਸ਼ ਨਾਲ ਸੰਬੰਧ ਰੱਖਦਾ ਸੀ ਪੁੱਛਿਆ ਜਾਵੇ ਤਾਂ ਚੋਲ ਵੰਸ਼ ਦਾ ਪ੍ਰਸਿੱਧ ਸ਼ਾਸਕ ਸੀ ਜੀ ਰਾਜਾ ਰਾਜ ਪਹਿਲਾ। ਕੁਐਸਚਨ ਨੰਬਰ ਅੱਗੇ 5 ਹੈ ਜੀ ਰਿਗਵੇਦ ਵਿੱਚ ਹੜੱਪਾ ਸੱਭਿਅਤਾ ਨੂੰ ਕੀ ਕਿਹਾ ਜਾਂਦਾ ਹੈ ਜੀ? ਕਿਹਾ ਗਿਆ ਹੈ। ਆਪਸ਼ਨ ਏ ਹੈ ਜੀ ਦਰਾਵਿੜ ਸੱਭਿਅਤਾ, ਬੀ ਹੈ ਮੋਹਨਜੋਦੜੋ, ਸੀ ਹੈ ਜੀ ਹਰੀਯੂਪੀਆ ਜੀ। ਆਨਸਰ ਆਏਗਾ ਜੀ ਆਪਸ਼ਨ ਸੀ ਜੀ, ਰਿਗਵੇਦ ਦੇ ਵਿੱਚ ਜਿਹੜਾ ਹੈ ਹਰੀਯੂਪੀਆ ਕਿਹਾ ਜਾਂਦਾ ਹੈ ਹੜੱਪਾ ਸੱਭਿਅਤਾ ਨੂੰ ਜੀ।
ਕੁਐਸਚਨ ਨੰਬਰ 6 ਹੈ ਜੀ, ਅਸ਼ੋਕ ਦੇ ਕਿਹੜੇ ਸਤੰਭ ਨੂੰ ਫਿਰੋਜ਼ ਸ਼ਾਹ ਤੁਗਲਕ ਟੋਪਰਾ ਤੋਂ ਲਿਆ ਕੇ ਦਿੱਲੀ ਵਿੱਚ ਸਥਾਪਿਤ ਕੀਤਾ ਸੀ? ਆਪਸ਼ਨ ਹੈ ਜੀ ਰਾਮਪੁਰਵਾ ਸਤੰਭ, ਬੀ ਹੈ ਜੀ ਪ੍ਰਯਾਗ ਸਤੰਭ, ਸੀ ਹੈ ਜੀ ਟੋਪਰਾ ਸਤੰਭ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਟੋਪਰਾ ਸਤੰਭ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 7, ਭਾਰਤੀ ਇਤਿਹਾਸ ਦੇ ਕਿਹੜੇ ਸਮੇਂ ਨੂੰ ਭਾਰਤ ਦਾ ਪੈਰੀਕਲੀਜ਼ ਯੁੱਗ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਗੁਪਤ ਕਾਲ, ਬੀ ਹੈ ਮੌਰੀਆ ਕਾਲ, ਸੀ ਹੈ ਜੀ ਸ਼ੁੰਗ ਕਾਲ। ਤਾਂ ਇਸਦਾ ਵੀ ਆਨਸਰ ਜਿਹੜਾ ਹੈ ਆਪਸ਼ਨ ਏ ਹੈ ਜੀ ਗੁਪਤ ਕਾਲ। ਸੋ ਗੁਪਤ ਕਾਲ ਸੁਨਹਿਰੀ ਯੁੱਗ ਕਿਸ ਨੂੰ ਕਿਹਾ ਜਾਂਦਾ ਹੈ? ਜਿਸ ਦੇ ਵਿੱਚ ਕੋਈ ਚੀਜ਼ ਜਿਹੜੀ ਹੈ ਟੌਪ 'ਤੇ ਹੁੰਦੀ ਹੈ, ਉਸ ਕਾਲ ਨੂੰ ਜਿਹੜਾ ਹੈ ਸੁਨਹਿਰੀ ਯੁੱਗ ਜਾਂ ਪੈਰੀਕਲੀਜ਼ ਯੁੱਗ ਕਿਹਾ ਜਾਂਦਾ ਹੈ। ਔਰ ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਗੁਪਤ ਸ਼ਾਸਕਾਂ ਦੇ ਸ਼ਾਸਨ ਕਾਲ ਦੇ ਵਿੱਚ ਭਾਰਤੀ ਸੰਸਕ੍ਰਿਤ ਸੱਭਿਅਤਾ ਅਤੇ ਹਿੰਦੂ ਸੰਸਕ੍ਰਿਤੀ ਆਪਣੇ ਹਰ ਖੇਤਰ ਵਿੱਚ ਉੱਨਤੀ 'ਤੇ ਸੀ। ਸੋ ਜਿਸ ਕਰਕੇ ਇਤਿਹਾਸਕਾਰਾਂ ਨੇ ਇਸ ਕਾਲ ਨੂੰ ਜਾਂ ਇਸ ਯੁੱਗ ਨੂੰ ਜਿਹੜਾ ਸਵਰਨ ਕਾਲ ਵੀ ਕਿਹਾ, ਕਲਾਸੀਕਲ ਯੁੱਗ ਵੀ ਕਿਹਾ ਹੈ, ਭਾਰਤ ਦਾ ਪੈਰੀਕਲੀਜ਼ ਯੁੱਗ ਵੀ ਕਿਹਾ, ਭਾਰਤ ਦਾ ਸੁਨਹਿਰੀ ਯੁੱਗ ਆਦਿ ਜਿਹੜੇ ਨਾਮ ਇਸ ਨੂੰ ਦਿੱਤੇ ਗਏ ਨੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8, ਮਹਾਵੀਰ ਸੁਆਮੀ ਨੂੰ ਕਿਹੜੇ ਰੁੱਖ ਹੇਠ ਗਿਆਨ ਦੀ ਪ੍ਰਾਪਤੀ ਹੋਈ ਸੀ? ਆਪਸ਼ਨ ਹੈ ਜੀ ਪਿੱਪਲ, ਬੀ ਹੈ ਜੀ ਸ਼ਾਲ, ਸੀ ਹੈ ਜੀ ਸੀਸਮ। ਸਹੀ ਆਨਸਰ ਹੈ ਜੀ ਆਪਸ਼ਨ ਬੀ। ਮਹਾਵੀਰ ਸੁਆਮੀ ਨੂੰ ਜੇਕਰ ਪੁੱਛਿਆ ਜਾਏ ਤਾਂ ਸ਼ਾਲ ਦੇ ਰੁੱਖ ਥੱਲੇ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਸੀ, ਔਰ ਮਹਾਤਮਾ ਬੁੱਧ ਜੀ ਨੂੰ ਜਿਹੜੀ ਹੈ ਪਿੱਪਲ ਦੇ ਰੁੱਖ ਦੇ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਸੀ ਜੀ। ਕੁਐਸਚਨ ਨੰਬਰ 9 ਹੈ ਜੀ, ਮਹਾਤਮਾ ਬੁੱਧ ਦੇ ਘਰ ਤਿਆਗਣ ਦੀ ਘਟਨਾ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਜੀ ਧਰਮ ਚੱਕਰ ਪਰਿਵਰਤਨ, ਬੀ ਹੈ ਜੀ ਮਹਾ ਪਨਿਸ਼ਕਰਮਨ, ਸੀ ਹੈ ਜੀ ਮਹਾਪਰਿਨਿਰਵਾਣ। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ ਘਰ ਤਿਆਗਣ ਦੀ ਘਟਨਾ। ਮਹਾਨ ਤਿਆਗ ਇਸ ਨੂੰ ਕਿਹਾ ਜਾਂਦਾ ਹੈ, ਔਰ ਇਸ ਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਮਹਾਪਿਸ਼ਨੀਕਰਮਨ ਦਾ ਨਾਮ ਦਿੱਤਾ ਗਿਆ। ਧਰਮ ਚੱਕਰ ਪਰਿਵਰਤਨ ਕਿਸ ਨੂੰ ਕਿਹਾ ਜਾਂਦਾ? ਸਾਰਨਾਥ ਦੇ ਵਿੱਚ ਨਾ ਪਹਿਲਾ ਉਪਦੇਸ਼ ਦਿੱਤਾ ਸੀ ਜੀ ਮਹਾਤਮਾ ਬੁੱਧ ਜੀ ਨੇ। ਜੇਕਰ ਪੁੱਛਿਆ ਜਾਏ ਕਿ ਮਹਾਤਮਾ ਬੁੱਧ ਜੀ ਨੇ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ? ਸਾਰਨਾਥ ਦੇ ਵਿੱਚ ਦਿੱਤਾ ਸੀ ਜੀ, ਜਿਸ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ। ਔਰ ਮਹਾਤਮਾ ਬੁੱਧ ਜੀ ਦੀ ਜਿਹੜੀ ਮੌਤ ਦੀ ਘਟਨਾ ਸੀ ਜੋ ਕੁਸ਼ੀਨਗਰ ਦੇ ਵਿੱਚ ਹੋਈ ਸੀ, ਉਸ ਨੂੰ ਜਿਹੜਾ ਮਹਾਪਰਿਨਿਰਵਾਣ ਕਿਹਾ ਜਾਂਦਾ ਹੈ ਜੀ। ਕੁਐਸਚਨ ਨੰਬਰ 10 ਹੈ ਜੀ, ਮਨੁੱਖ ਦੁਆਰਾ ਸਭ ਤੋਂ ਪਹਿਲਾਂ ਪ੍ਰਯੋਗ ਕੀਤਾ ਗਿਆ ਅਨਾਜ ਮੰਨਿਆ ਗਿਆ ਹੈ? ਆਪਸ਼ਨ ਏ ਹੈ ਜੀ ਮੱਕੀ, ਬੀ ਹੈ ਜੀ ਚਾਵਲ, ਸੀ ਹੈ ਜੀ ਕਣਕ। ਆਨਸਰ ਆਏਗਾ ਆਪਸ਼ਨ ਬੀ ਜੀ ਚਾਵਲ ਨੂੰ ਸਭ ਤੋਂ ਪਹਿਲੀ ਪ੍ਰਯੋਗ ਕੀਤਾ ਗਿਆ ਅਨਾਜ ਜਿਹੜਾ ਮੰਨਿਆ ਗਿਆ ਜੀ। ਕੁਐਸਚਨ ਨੰਬਰ 11 ਹੈ ਜੀ, ਦਿੱਲੀ ਸਲਤਨਤ ਕਾਲ ਦੌਰਾਨ ਕਿਹੜਾ ਰਾਜ ਸੁਤੰਤਰ ਰਿਹਾ ਜੀ ਇਹਨਾਂ ਦੇ ਵਿੱਚੋਂ? ਆਪਸ਼ਨ ਏ ਜੀ ਪੰਜਾਬ, ਬੀ ਹੈ ਕਸ਼ਮੀਰ, ਸੀ ਹੈ ਜੀ ਬੰਗਾਲ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਕਸ਼ਮੀਰ ਇਹਨਾਂ ਦੇ ਵਿੱਚੋਂ ਜਿਹੜਾ ਸੁਤੰਤਰ ਰਾਜ ਰਿਹਾ ਦਿੱਲੀ ਸਲਤਨਤ ਕਾਲ ਦੇ ਦੌਰਾਨ। ਨੈਕਸਟ ਹੈ ਜੀ ਕੁਐਸਚਨ ਨੰਬਰ 12, ਗੰਧਾਰ ਕਲਾ ਸ਼ੈਲੀ ਵਿੱਚ ਬਣੀ ਮਹਾਤਮਾ ਬੁੱਧ ਦੀ ਮੂਰਤੀ ਦਾ ਮੁਦਰਾ ਕਿਹੜੇ ਯੂਨਾਨੀ ਦੇਵਤਾ ਨਾਲ ਮਿਲਦੀ ਜੁਲਦੀ ਹੈ? ਆਪਸ਼ਨ ਏ ਹੈ ਜੀ ਅਪੋਲੋ, ਬੀ ਹੈ ਜੀ ਸਾਇਰਸ, ਸੀ ਹੈ ਜੀ ਟੈਬਲਰਸ। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਅਪੋਲੋ ਜੀ। ਔਰ ਯਾਦ ਰੱਖਣੀ ਇੱਕ ਚੀਜ਼ ਹੋਰ ਕਿ ਮਹਾਤਮਾ ਬੁੱਧ ਦੀਆਂ ਸਭ ਤੋਂ ਵੱਧ ਜਿਹੜੀਆਂ ਮੂਰਤੀਆਂ ਨੇ ਉਹ ਗੰਧਾਰ ਕਲਾ ਸ਼ੈਲੀ ਦੇ ਵਿੱਚ ਮਿਲਦੀਆਂ ਨੇ, ਜੋ ਮਹਾਯਾਨ ਸ਼ਾਖਾ ਦੇ ਨਾਲ ਸੰਬੰਧਿਤ ਨੇ। ਔਰ ਇਹ ਜਿਹੜੀਆਂ ਮੂਰਤੀਆਂ ਨੇ ਪੱਥਰ, ਸੀਮੈਂਟ, ਪਕਾਏ ਗਏ ਮਿੱਟੀ ਤੋਂ ਬਣੀਆਂ ਨੇ, ਔਰ ਇਹਨਾਂ 'ਤੇ ਜਿਹੜਾ ਹੈ ਸੁਨਹਿਰੀ ਅਤੇ ਲਾਲ ਰੰਗ ਚੜਾਇਆ ਗਿਆ। ਔਰ ਗੰਧਾਰ ਕਲਾ ਸ਼ੈਲੀ ਦਾ ਪ੍ਰਧਾਨ ਵਿਸ਼ਾ ਬੁੱਧ ਦਾ ਜੀਵਨ ਚਰਿੱਤਰ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 20 ਜੀ, ਹਿੰਦੁਸਤਾਨ ਦਾ ਨਿਰਣਾਇਕ ਯੁੱਧ ਕਿਹੜੇ ਯੁੱਧ ਨੂੰ ਜਿਹੜਾ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਕੁਰੂ ਦਾ ਯੁੱਧ, ਬੀ ਹੈ ਜੀ ਪਾਣੀਪਤ ਦਾ ਪਹਿਲਾ ਯੁੱਧ, ਸੀ ਹੈ ਜੀ ਤਰਾਇਨ ਦਾ ਦੂਜਾ ਯੁੱਧ। ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ। ਪਾਣੀਪਤ ਦਾ ਪਹਿਲਾ ਯੁੱਧ ਵੀ ਆਪਾਂ ਨੂੰ ਪਤਾ ਵੀ ਇੰਪੋਰਟੈਂਟ ਹੈ, ਹਰੇਕ ਐਗਜ਼ਾਮ 'ਚ ਪੁੱਛਿਆ ਜਾਂਦਾ। 1526 ਈਸਵੀ ਦੇ ਵਿੱਚ ਹੋਇਆ ਸੀ, ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ ਸੀ ਬਾਬਰ ਦੁਆਰਾ। ਔਰ ਹਿੰਦੁਸਤਾਨ ਦਾ ਨਿਰਣਾਇਕ ਯੁੱਧ ਜਿਹੜੇ ਜੇਕਰ ਪੁੱਛਿਆ ਜਾਏ ਤਾਂ ਉਹ ਤਰਾਇਨ ਦੇ ਦੂਜੇ ਯੁੱਧ ਨੂੰ ਕਿਹਾ ਜਾਂਦਾ ਜੀ। ਦੋ ਲੜਾਈਆਂ ਹੋਈਆਂ ਨੇ ਤਰਾਇਨ ਦੇ ਮੈਦਾਨ ਦੇ ਵਿੱਚ। ਤਰਾਇਨ ਜਿਹੜਾ ਤਰੌੜੀ ਕਰਨਾਲ ਤੋਂ ਥੋੜ੍ਹਾ ਪਿੱਛੇ ਪੈਂਦਾ ਜੀ, ਹੁਣ ਹਰਿਆਣੇ ਦੇ ਵਿੱਚ ਹੈ। ਤਰਾਇਨ ਦੇ ਮੈਦਾਨ ਦੇ ਵਿੱਚ ਦੋ ਮਹੱਤਵਪੂਰਨ ਜਿਹੜੀਆਂ ਲੜਾਈਆਂ ਹੋਈਆਂ ਨੇ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ। ਪਹਿਲੀ ਹੋਈ ਸੀ 1191 ਦੇ ਵਿੱਚ, ਜਿਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਜਿਹੜਾ ਹੈ ਮੁਹੰਮਦ ਗੌਰੀ ਨੂੰ ਹਰਾਇਆ ਸੀ। ਔਰ ਉਸ ਤੋਂ ਬਾਅਦ ਫਿਰ 1192 ਦੇ ਵਿੱਚ ਹੋਈ, ਜਿਸ ਦੇ ਵਿੱਚ ਜਿਹੜਾ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਸੀ। ਔਰ ਤਰਾਇਨ ਦੀ ਦੂਜੀ ਲੜਾਈ ਨੂੰ ਇਸ ਕਰਕੇ ਹਿੰਦੁਸਤਾਨ ਦਾ ਨਿਰਣਾਇਕ ਯੁੱਧ ਕਿਹਾ ਗਿਆ ਕਿਉਂਕਿ ਇਸ ਯੁੱਧ ਦੇ ਨਤੀਜੇ ਵਜੋਂ 1206 ਈਸਵੀ ਵਿੱਚ ਭਾਰਤ ਵਿੱਚ ਪਹਿਲੇ ਮੁਸਲਿਮ ਸਾਮਰਾਜ ਦਿੱਲੀ ਸਲਤਨਤ ਦੀ ਜਿਹੜੀ ਸਥਾਪਨਾ ਉਹ ਹੋਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14, ਮੁਗਲ ਕਾਲ ਵਿੱਚ ਸ਼ਾਹੀ ਟਕਸਾਲ ਦੀ ਸਥਾਪਨਾ ਕਿੱਥੇ ਕੀਤੀ ਗਈ? ਹੁਣ ਟਕਸਾਲ ਸ਼ਬਦ ਆਇਆ ਜੀ। ਟਕਸਾਲ ਸ਼ਬਦ ਕੀ ਹੁੰਦੇ? ਜਿੱਥੇ ਸਿੱਕੇ ਘੜੇ ਜਾਂਦੇ ਨੇ ਜੀ।
ਔਰ ਮੁਗਲ ਕਾਲ ਦੇ ਵਿੱਚ ਕਿੱਥੇ ਸਥਾਪਨਾ ਕੀਤੀ ਗਈ ਸੀ? ਆਪਸ਼ਨ ਏ ਜੀ ਦਿੱਲੀ, ਬੀ ਹੈ ਆਗਰਾ, ਸੀ ਹੈ ਜੀ ਫਤਿਹਪੁਰ ਸਿਕਰੀ। ਆਨਸਰ ਆਏਗਾ ਜੀ ਆਪਸ਼ਨ ਏ ਦਿੱਲੀ ਦੇ ਵਿੱਚ ਕੀਤੀ ਗਈ ਸੀ। ਜੇਕਰ ਪੁੱਛਿਆ ਗਿਆ ਕਿ ਕਿਸ ਦੁਆਰਾ ਕੀਤੀ ਗਈ, ਅਕਬਰ ਦੁਆਰਾ ਕਦੋਂ ਕੀਤੀ ਗਈ? 1577 ਈਸਵੀ ਵਿੱਚ। ਮਹਿਜ ਕੁਐਸਚਨ ਬੇਸ਼ੱਕ ਸਾਡੇ ਮੌਕ ਟੈਸਟ ਦੇ ਵਿੱਚ 20 ਹੁੰਦੇ ਨੇ, ਪਰ ਜੇਕਰ ਵੀਡੀਓ ਨੂੰ ਧਿਆਨ ਨਾਲ ਸੁਣੋਗੇ, ਕੋਈ ਵੀ ਵੀਡੀਓ ਚੱਕ ਲਓ, ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਮਤਲਬ ਇੱਧਰ ਉੱਧਰ ਦੀਆਂ ਗੱਲਾਂ ਦੀ ਬਜਾਏ ਬਿਲਕੁਲ ਟੌਪਿਕ ਦੇ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਹੋਰ ਵੀ ਬਹੁਤ ਜ਼ਿਆਦਾ ਦਿੱਤੀ ਜਾਂਦੀ ਜੀ। ਕੁਐਸਚਨ ਨੰਬਰ 15 ਜੀ, ਕਿਹੜੇ ਮੁਗਲ ਬਾਦਸ਼ਾਹ ਸਮੇਂ ਮੁਗਲ ਸਾਮਰਾਜ ਕਾਬਲ ਤੋਂ ਚਟਗਾਮ ਅਤੇ ਕਸ਼ਮੀਰ ਤੋਂ ਕਾਵੇਰੀ ਨਦੀ ਤੱਕ ਫੈਲਿਆ ਹੋਇਆ ਸੀ? ਆਪਸ਼ਨ ਏ ਅਕਬਰ, ਬੀ ਹੈ ਜਹਾਂਗੀਰ, ਸੀ ਹੈ ਔਰੰਗਜ਼ੇਬ। ਆਪਸ਼ਨ ਜਿਹੜਾ ਹੈ ਸੀ ਸਹੀ ਹੈ ਜੀ, ਔਰੰਗਜ਼ੇਬ। ਔਰ ਔਰੰਗਜ਼ੇਬ ਦੇ ਕਾਰਜਕਾਲ ਵਿੱਚ ਮੁਗਲ ਸਲਤਨਤ ਦਾ ਖੇਤਰਫਲ ਸਭ ਤੋਂ ਵੱਡਾ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 16 ਜੀ, ਰਾਣੀ ਦੁਰਗਾਵਤੀ ਕਿਹੜੇ ਕਬੀਲੇ ਦੀ ਸ਼ਾਸਕਾ ਸੀ? ਆਪਸ਼ਨ ਏ ਜੀ ਮੁੰਡਾ, ਬੀ ਹੈ ਸੰਥਾਲ, ਸੀ ਹੈ ਜੀ ਗੋਂਡ। ਸਹੀ ਇਸ ਦਾ ਜਿਹੜਾ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ, ਗੋਂਡ ਕਬੀਲੇ ਦੇ ਨਾਲ ਸੰਬੰਧਿਤ ਸੀ। ਔਰ ਗੋਂਡ ਨਾਮਕ ਜਨਜਾਤੀ ਦਾ ਸੰਬੰਧ ਜਿਹੜਾ ਹੈ ਮੱਧ ਭਾਰਤ, ਜਿਸ ਦੇ ਵਿੱਚ ਆ ਗਏ ਜੀ ਪੂਰਬੀ ਮਹਾਰਾਸ਼ਟਰ, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਆਦਿ ਆਉਂਦੇ ਨੇ। ਔਰ ਇਸ ਇਲਾਕੇ ਦੇ ਵਿੱਚ ਜਿਹੜੀ ਜਨਜਾਤੀ ਰਹਿੰਦੀ ਸੀ ਉਸ ਇਲਾਕੇ ਨੂੰ ਗੋਂਡਵਾਨਾ ਕਿਹਾ ਜਾਂਦਾ ਸੀ। ਗੋਂਡ ਜਨਜਾਤੀ ਰਹਿੰਦੀ ਸੀ। 15ਵੀਂ ਤੋਂ ਸਦੀ ਤੋਂ ਲੈ ਕੇ 18ਵੀਂ ਤੱਕ ਗੋਂਡਵਾਨ ਦੇ ਵਿੱਚ ਜਿਹੜਾ ਇਹਨਾਂ ਨੇ ਕਈ ਰਾਜ ਸਥਾਪਿਤ ਕੀਤੇ ਔਰ ਰਾਣੀ ਦੁਰਗਾਵਤੀ ਮਸ਼ਹੂਰ ਸੀ ਉਹਨਾਂ ਵਿੱਚੋਂ। ਔਰ ਰਾਣੀ ਦੁਰਗਾਵਤੀ ਨੇ ਯਾਦ ਰੱਖਣਾ ਕਿ ਮੁਗਲ ਬਾਦਸ਼ਾਹ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਸੀ ਕੀਤੀ ਔਰ ਮੁਗਲਾਂ ਨਾਲ ਯੁੱਧ ਲੜਦੇ ਹੋਏ ਉਹਨੇ ਵੀਰਗਤੀ ਪ੍ਰਾਪਤ ਕਰ ਲਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17, ਦਿੱਲੀ ਸਲਤਨਤ ਦੇ ਕਿਹੜੇ ਸ਼ਾਸਕ ਨੂੰ ਦਾਸ ਸੁਲਤਾਨ ਕਿਹਾ ਜਾਂਦਾ ਹੈ? ਆਪਸ਼ਨ ਏ ਜੀ ਬਲਬਨ, ਬੀ ਹੈ ਜੀ ਕੁਤਬੁੱਦੀਨ ਐਬਕ, ਸੀ ਹੈ ਇਲਤੁਤਮਿਸ਼, ਡੀ ਹੈ ਜੀ ਤੁਗਲਕ ਸਾਰੇ। ਆਨਸਰ ਆਏਗਾ ਆਪਸ਼ਨ ਡੀ ਜੀ, ਸਾਰੇ ਜਿਹੜੇ ਇਹ ਗੁਲਾਮ ਵੰਸ਼ ਦੇ ਨਾਲ ਸੰਬੰਧਿਤ ਸੀ ਜੀ। ਕੁਝ ਤਾਂ ਸਿੱਧੇ ਗੁਲਾਮ ਸੀ ਜਾਂ ਫਿਰ ਦਾਸਾਂ ਦੇ ਅੱਗੋਂ ਪੁੱਤਰ ਸੀ ਜੀ। ਔਰ ਗੁਲਾਮ ਵੰਸ਼ ਨੇ 1206 ਤੋਂ ਲੈ ਕੇ ਜਿਹੜਾ ਹੈ 1290 ਈਸਵੀ ਤੱਕ ਜਿਹੜਾ ਰਾਜ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈ ਖਿਲਜੀ ਵੰਸ਼ ਦੀ ਸਥਾਪਨਾ ਹੋਈ ਸੀ। ਕੁਐਸਚਨ ਨੰਬਰ 18 ਹੈ ਜੀ, ਮੌਰੀਆ ਕਾਲ ਵਿੱਚ ਕੌਟਲਿਆ ਨੂੰ ਦਾਸ ਪ੍ਰਥਾ ਦਾ ਜ਼ਿਕਰ ਕੀਤਾ ਹੈ, ਪਰ ਕਿਹੜੇ ਸਮਕਾਲੀ ਵਿਦਵਾਨ ਨੇ ਇਸ ਦਾ ਖੰਡਨ ਕੀਤਾ ਹੈ? ਆਪਸ਼ਨ ਏ ਜੀ ਸੈਲਿਊਕਸ, ਬੀ ਹੈ ਮੈਗਥਨੀਜ਼, ਸੀ ਹੈ ਜੀ ਪੁਸ਼ਯ ਗੁਪਤ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਮੈਗਥਨੀਜ਼ ਜੀ। ਕੌਟਲਿਆ ਦੀ ਪ੍ਰਸਿੱਧ ਪੁਸਤਕ ਹੈ ਜੀ ਅਰਥ ਸ਼ਾਸਤਰ। ਚਾਣਕਿਆ ਦੇ ਨਾਮ ਦੇ ਨਾਲ ਵੀ ਮਸ਼ਹੂਰ ਹੈ ਜੀ। ਔਰ ਜਿਹੜਾ ਹੈ ਕੌਟਲਿਆ ਨੇ ਦਾਸ 4 ਤਰ੍ਹਾਂ ਦੇ ਦੱਸੇ ਸੀ। ਦਾਸ ਪਿਤਾ ਦੇ ਪੁੱਤਰ ਦਾਸ, ਦਾਸ ਜੋ ਖਰੀਦੇ ਜਾਂਦੇ ਹਨ ਜਿਨ੍ਹਾਂ ਦਾ ਜਨਮ ਦਾਸਾਂ ਦੇ ਘਰ ਦੇ ਵਿੱਚ ਹੁੰਦਾ ਹੈ, ਔਰ ਜੋ ਕਿਸੇ ਸਜ਼ਾ ਸਰੂਪ ਦਾਸ ਬਣਦੇ ਨੇ। ਪਰ ਮੈਗਥਨੀਜ਼ ਜੋ ਕਿ ਸੈਲਿਊਕਸ ਦਾ ਰਾਜਦੂਤ ਸੀ, ਚੰਦਰਗੁਪਤ ਮੌਰੀਆ ਦਾ ਸਮਕਾਲੀ ਸੀ, ਉਹਦੀ ਮਸ਼ਹੂਰ ਪੁਸਤਕ ਸੀ ਇੰਡਿਕਾ। ਉਸ ਦੇ ਵਿੱਚ ਇਸ ਪ੍ਰਥਾ ਦਾ ਜਿਹੜਾ ਜ਼ਿਕਰ ਹੈ ਨਹੀਂ ਮਿਲਦਾ ਜੀ। ਇੱਥੇ ਇੰਪੋਰਟੈਂਟ ਕੁਐਸਚਨ ਆਪਣੇ 3-4 ਬਣ ਗਏ ਜੀ। ਕੌਟਲਿਆ ਦੀ ਪ੍ਰਸਿੱਧ ਪੁਸਤਕ ਪੁੱਛੀ ਜਾ ਸਕਦੀ ਹੈ, ਉਹ ਹੈ ਜੀ ਅਰਥ ਸ਼ਾਸਤਰ। ਮੈਗਥਨੀਜ਼ ਕੌਣ ਸੀ ਪੁੱਛਿਆ ਜਾ ਸਕਦਾ ਹੈ, ਤਾਂ ਸੈਲਿਊਕਸ ਦਾ ਰਾਜਦੂਤ ਸੀ। ਔਰ ਮੈਗਥਨੀਜ਼ ਦੀ ਜਿਹੜੀ ਪ੍ਰਸਿੱਧ ਪੁਸਤਕ ਪੁੱਛੀ ਜਾ ਸਕਦੀ ਹੈ ਤਾਂ ਉਹ ਇੰਡਿਕਾ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 19, ਭਾਰਤ ਦਾ ਸਭ ਤੋਂ ਅਲੋਕਪ੍ਰਿਯ ਵਾਇਸਰਾਏ ਕੌਣ ਸੀ ਜੀ? ਆਪਸ਼ਨ ਏ ਜੀ ਲਾਰਡ ਕਰਜ਼ਨ, ਬੀ ਹੈ ਜੀ ਲਾਰਡ ਰਿਪਨ, ਸੀ ਹੈ ਜੀ ਲਾਰਡ ਡਲਹੌਜੀ। ਆਨਸਰ ਆਏਗਾ ਆਪਸ਼ਨ ਏ ਜੀ ਲਾਰਡ ਕਰਜ਼ਨ ਜੀ। ਸੋ ਬਦਨਾਮ ਸੀ ਆਪਣੀਆਂ ਨੀਤੀਆਂ ਕਰਕੇ। 1905 ਦੀ ਵੰਡ ਮਸ਼ਹੂਰ ਹੈ ਜੀ, ਲਾਰਡ ਕਰਜ਼ਨ ਨੇ ਕੀਤੀ ਸੀ। ਕੁਐਸਚਨ ਬਣਦਾ ਇਹਦੇ 'ਤੇ ਵੀ ਆਇਆ ਵੀ ਚੁੱਕਿਆ PSTET ਦੇ ਵਿੱਚ ਕਈ ਵਾਰ ਕਿ ਬੰਗਾਲ ਦੀ ਵੰਡ ਕਦੋਂ ਹੋਈ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਬ੍ਰਿਟਿਸ਼ ਸਾਮਰਾਜ ਦਾ ਜੇਕਰ ਪੁੱਛਿਆ ਜਾਏ ਕਿ ਔਰੰਗਜ਼ੇਬ ਕਿਸ ਨੂੰ ਕਿਹਾ ਤਿਲਕ ਨੇ, ਤਾਂ ਉਹ ਵੀ ਜਿਹੜਾ ਲਾਰਡ ਕਰਜ਼ਨ ਨੂੰ ਕਿਹਾ ਸੀ ਬ੍ਰਿਟਿਸ਼ ਸਾਮਰਾਜ ਦਾ ਔਰੰਗਜ਼ੇਬ ਜੀ। ਕਿਸ ਨੇ ਕਿਹਾ? ਤਿਲਕ ਨੇ, ਬਾਲ ਗੰਗਾਧਰ ਤਿਲਕ ਨੇ। ਕੁਐਸਚਨ ਨੰਬਰ 20 ਹੈ ਜੀ, ਚੰਪਾਰਨ ਵਿਦਰੋਹ ਵਿੱਚ ਨੀਲ ਦੀ ਖੇਤੀ ਸੰਬੰਧੀ ਕਿਹੜੀ ਪ੍ਰਣਾਲੀ ਦਾ ਵਿਰੋਧ ਕੀਤਾ ਗਿਆ? ਆਪਸ਼ਨ ਹੈ ਜੀ ਜ਼ਿਮੀਂਦਾਰੀ ਪ੍ਰਣਾਲੀ, ਬੀ ਹੈ ਮਹਿਲਵਾੜੀ ਪ੍ਰਣਾਲੀ, ਸੀ ਹੈ 3 ਕਠੀਆ ਪ੍ਰਣਾਲੀ। ਤਾਂ ਇਸ ਦਾ ਜਿਹੜਾ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ 3 ਕਠੀਆ ਪ੍ਰਣਾਲੀ ਦਾ ਵਿਰੋਧ ਕੀਤਾ ਗਿਆ ਸੀ। ਹੁਣ 3 ਕਠੀਆ ਪ੍ਰਣਾਲੀ ਹੈ ਕੀ ਸੀ? 3 ਕਠੀਆ ਪ੍ਰਣਾਲੀ ਸਥਾਨਕ ਕਿਸਾਨਾਂ ਤੋਂ ਅੰਗਰੇਜ਼ ਠੇਕੇਦਾਰਾਂ ਨੇ ਇੱਕ ਇਕਰਾਰਨਾਮਾ, ਜਿਹੜਾ ਇਕਰਾਰ ਆਪਾਂ ਕਹਿ ਸਕਦੇ ਹਾਂ ਕਿ ਕਰਵਾ ਲਿਆ ਸੀ ਕਿ ਉਹ ਜਿੰਨੀ ਵੀ ਉਹਨਾਂ ਦੇ ਕੋਲ ਭੂਮੀ ਹੈ ਉਹਦਾ 3/20 ਹਿੱਸਾ ਜਿਹੜਾ ਉਹ ਨੀਲ ਦੀ ਖੇਤੀ ਕਰਨਗੇ, ਯਾਨੀ ਕਿ ਧੱਕੇ ਨਾਲ ਆਪਦੀ ਮਰਜ਼ੀ ਨਾਲ ਉਹਨਾਂ ਤੋਂ ਖੇਤੀ ਕਰਵਾਈ ਜਾਏਗੀ। ਇਸ ਨੂੰ 3 ਕਠੀਆ ਪ੍ਰਣਾਲੀ, 3/20 ਹਿੱਸੇ 'ਤੇ ਜਿਹੜੀ ਖੇਤੀ ਹੈ, ਯਾਨੀ ਕਿ ਜੇ ਕਿਸੇ ਕੋਲ 20 ਕਿੱਲੇ ਨੇ ਤਾਂ 3 ਕਿੱਲੇ ਜਿਹੜਾ ਹੈ ਉਹ ਖੇਤੀ ਕਰੇਗਾ ਨੀਲ ਦੀ।
ਤਿੰਨ ਕੰਠੀਆ ਪ੍ਰਣਾਲੀ ਕਿਹਾ ਜਾਂਦਾ ਸੀ। ਔਰ ਇਹ ਜਿਹੜਾ ਅੰਦੋਲਨ ਹੈ ਚੰਪਾਰਨ ਵਿਦਰੋਹ 1917 ਦੇ ਵਿੱਚ ਹੋਇਆ ਸੀ। ਔਰ ਇਸ ਦਾ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਸੀ ਇਸ ਨੀਤੀ ਦਾ ਵੀ ਮੁੱਖ ਤੌਰ 'ਤੇ ਜੀ, ਇਸ ਪ੍ਰਣਾਲੀ ਦਾ, ਤਿੰਨ ਕੰਠੀਆ ਪ੍ਰਣਾਲੀ ਦਾ ਜੀ। ਇੱਕ ਚੀਜ਼ ਉੱਥੇ ਹੋਰ ਯਾਦ ਰੱਖਣੀ ਹੈ ਕਿ ਉਸ ਸਮੇਂ ਦੇ ਪ੍ਰਮੁੱਖ ਅੰਦੋਲਨਕਾਰੀ ਰਾਜਕੁਮਾਰ ਸ਼ੁਕਲ ਦੇ ਬੁਲਾਵੇ 'ਤੇ ਮਹਾਤਮਾ ਗਾਂਧੀ ਨੇ ਚੰਪਾਰਨ ਅੰਦੋਲਨ ਬਿਹਾਰ ਦੇ ਵਿੱਚ ਜੋ ਹੋਇਆ ਸੀ ਉਸ ਦੇ ਵਿੱਚ ਵੀ ਭਾਗ ਲਿਆ ਸੀ ਜੀ। ਸੋ ਇਹ ਸੀ ਜੀ ਇੰਪੋਰਟੈਂਟ ਕੁਐਸਚਨ ਸੀ, ਨਾਲ ਕਾਫੀ ਕੁਝ ਰਿਵਾਈਜ਼ ਹੋ ਗਿਆ, ਬਹੁਤ ਕੁਝ ਡਿਸਕਸ ਹੋ ਗਿਆ। ਇਵੇਂ ਦੀਆਂ ਹੋਰ ਵੀਡੀਓ, ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਵੀ ਕਰ ਦਿਆ ਕਰੋ ਕਿ ਹਾਂ ਕੋਈ ਹੈਲਪ ਮਿਲੀ ਹੈ ਜਾਂ ਨਹੀਂ ਮਿਲੀ, ਥੋੜ੍ਹੀ ਜਾਣਕਾਰੀ ਮੈਨੂੰ ਵੀ ਮਿਲੇ ਕਿ ਕੁਛ ਵਧੀਆ ਕਰ ਰਿਹਾ ਜਾਂ ਨਹੀਂ ਕਰ ਰਿਹਾ ਜੀ। ਤਾਂ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਔਰ ਜਿਹੜੀ ਹੈ ਬੈਲ ਜੀ ਬਣੀ ਹੁੰਦੀ ਸਾਈਡ 'ਤੇ, ਇਹਨੂੰ ਦਬਾ ਲਓ। ਕਈ ਵਿਦਿਆਰਥੀਆਂ ਦੇ ਮੈਸੇਜ ਆਉਂਦੇ ਨੇ ਕਿ ਨੋਟੀਫਿਕੇਸ਼ਨ ਨਹੀਂ ਮਿਲਦਾ ਜੀ। ਨੋਟੀਫਿਕੇਸ਼ਨ ਨਾ ਮਿਲਣ ਦਾ ਕਾਰਨ ਜੋ ਘੰਟੀ ਵਾਲਾ ਬਟਨ ਬਣਿਆ ਹੋਇਆ ਜੀ, ਉਹ ਦਬਾਉਣਾ ਤੁਸੀਂ ਭੁੱਲ ਜਾਂਦੇ ਹੋ। ਜੇਕਰ ਉਹ ਦਬਾਇਆ ਹੋਇਆ ਤਾਂ ਨੋਟੀਫਿਕੇਸ਼ਨ ਜ਼ਰੂਰ ਮਿਲਦਾ ਜੀ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।